ਮੁਕਤਸਰ ਸਾਹਿਬ ਵਿਖੇ ਡੀਸੀ ਦਫ਼ਤਰ 'ਚ ਮੀਟਿੰਗ ਕਰਨ ਪਹੁੰਚੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਦਾ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨੇ ਕੀਤਾ ਵਿਰੋਧ। ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦਾ ਵੀ ਹੋਇਆ ਜ਼ਬਰਦਸਤ ਵਿਰੋਧ, ਜਿਸ ਤੋਂ ਬਾਅਦ ਮੁਲਾਜ਼ਮਾਂ ਨਾਲ ਦੋਹਾਂ ਮੰਤਰੀਆਂ ਦੀ ਹੋਈ ਤਿੱਖੀ ਬਹਿਸ। ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨਾਲ ਬਹਿਸਬਾਜ਼ੀ ਦੌਰਾਨ ਆਪਾ ਗਵਾ ਬੈਠੇ ਸੁਖਜਿੰਦਰ ਰੰਧਾਵਾ ਧਮਕੀਆਂ ਦੇਣ ਤੱਕ ਪਹੁੰਚੀ ਗੱਲ। ਰੰਧਾਵਾ ਨੇ ਕਿਹਾ, ਤੁਸੀਂ ਜੋ ਕਰਨਾ ਕਰ ਲਓ। ਫਿਰ ਪੁਲਿਸ ਫੋਰਸ ਵੀ ਮੌਕੇ ਤੇ ਰਹੀ ਤੈਨਾਤ। ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਫਾਸਟਵੇਅਰ ਟਰਾਂਸਮਿਸ਼ਨ ਦੇ ਦਫ਼ਤਰ, ਜੁਝਾਰ ਟਰਾਂਸਪੋਰਟ ਦੇ ਦਫ਼ਤਰ ਅਤੇ ਕੰਪਨੀ ਦੇ ਮਾਲਕ ਦੇ ਘਰ ਤੇ ਆਮਦਨ ਕਰ ਵਿਭਾਗ ਨੇ ਕੀਤੀ ਰੇਡ। ਵਿਭਾਗ ਵੱਲੋਂ ਵੱਖ-ਵੱਖ ਥਾਵਾਂ ਤੇ ਰਿਕਾਰਡ ਨੂੰ ਕਬਜ਼ੇ 'ਚ ਲਏ ਗਏ। ਬੀਤੇ ਦਿਨ ਈਡੀ ਵੱਲੋਂ ਵੱਖ-ਵੱਖ ਥਾਵਾਂ ਤੇ ਕੀਤੀ ਗਈ ਸੀ ਰੇਡ। ਮੋਗਾ ਦੌਰੇ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਵਿਖੇ ਬਿਤਾਈ ਰਾਤ। ਆਪਣੀ 4 ਸਾਲ ਪਹਿਲਾਂ ਸਾਈਕਲ ਯਾਤਰਾ ਦੌਰਾਨ ਚੰਨੀ ਨੇ ਇਸੇ ਗੁਰਦੁਆਰਾ ਸਾਹਿਬ ਵਿਖੇ ਕੱਟੀ ਸੀ ਰਾਤ। ਉਦੋਂ ਵਿਰੋਧੀ ਧਿਰ ਦੇ ਨੇਤਾ ਵਜੋਂ ਅਕਾਲੀ ਭਾਜਪਾ ਦੀਆਂ ਵਿਰੋਧੀ ਨੀਤੀਆਂ ਬਾਰੇ ਪੰਜਾਬੀਆਂ ਨੂੰ ਕਰਵਾਇਆ ਸੀ ਜਾਣੂ। ਚੰਡੀਗੜ੍ਹ ਵਿਖੇ ਕੱਚੇ ਮੁਲਾਜ਼ਮ ਹੱਥਾਂ 'ਚ ਮਿੱਟੀ ਨਾਲ ਭਰੇ ਸ਼ਲਗਮਾਂ ਦੀ ਟੋਕਰੀ ਲੈ ਕੇ ਪਹੁੰਚੇ ਸੀਐਮ ਚਰਨਜੀਤ ਸਿੰਘ ਚੰਨੀ ਦੇ ਘਰ ਦੇ ਬਾਹਰ। ਕੱਚੇ ਮੁਲਾਜ਼ਮਾਂ ਦਾ ਕਹਿਣਾ 11 ਨਵੰਬਰ ਦਾ ਵਿਧਾਨ ਸਭਾ 'ਚ ਬਿੱਲ ਹੋਇਆ ਪਾਸ, ਪਰ ਅਜੇ ਤੱਕ 36,000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਬਿੱਲ ਤੋਂ ਨਹੀਂ ਅਪਣਾਇਆ ਗਿਆ ਅਮਲੀ ਜਾਮਾ। ਹੁਸ਼ਿਆਰਪੁਰ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੀਐਮ ਚੰਨੀ ਦੇ ਸਾਦੇ ਨਿਸ਼ਾਨੇ ਕਿਹਾ, ਸਿਟੀ ਸੈਂਟਰ ਘੁਟਾਲੇ 'ਚ ਚੰਨੀ ਦੇ ਭਰਾ ਦਾ ਨਾਮ ਆਉਣ ਤੇ ਚੰਨੀ ਆਪ ਮੇਰੇ ਪੈਰ ਫੜਦਾ ਰਿਹਾ। ਇਸ 'ਚ ਕੋਈ ਝੂਠ ਨਹੀਂ, ਨਾਲ ਹੀ ਚੰਨੀ ਇੱਕ ਸੂਝਵਾਨ ਮੁੱਖ ਮੰਤਰੀ ਵੀ ਨਹੀਂ। ਹੁਸ਼ਿਆਰਪੁਰ ਦੇ ਦਸੂਹਾ ਵਿਖੇ ਅਕਾਲੀ ਬਸਪਾ ਦੇ ਸਾਂਝੇ ਉਮੀਦਵਾਰ ਸੁਸ਼ੀਲ ਕੁਮਾਰ ਪਿੰਕੀ ਦੇ ਹੱਕ 'ਚ ਨਿੱਤਰੇ ਸੁਖਬੀਰ ਸਿੰਘ ਬਾਦਲ ਨੇ ਰਾਜਾ ਵੜਿੰਗ ਨੂੰ ਵੀ ਲਿਆ ਕਰਨੇ ਹੱਥੀ ਕਿਹਾ, ਸਾਡੀ ਟਰਾਂਸਪੋਰਟ ਤੋਂ 14 ਕਰੋੜ ਰੁਪਏ ਵਸੂਲ ਕਰਨ ਵਾਲੇ ਰਾਜਾ ਵੜਿੰਗ ਇੱਕ ਵੀ ਰਸੀਦ ਦਿਖਾ ਦੇਣ ਤਾਂ ਮੈਂ ਮੰਨ ਜਾਵਾਂਗਾ ਕਿ ਰਾਜਾ ਵੜਿੰਗ ਸੱਚ ਬੋਲ ਰਹੇ। ਅੰਮ੍ਰਿਤਸਰ ਵਿਖੇ ਮੀਡੀਆ ਨਾਲ ਮੁਖਾਤਬ ਹੋਏ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਸਾਨੀ ਅੰਦੋਲਨ ਦੇ 1 ਸਾਲ ਪੂਰਾ ਹੋਣ ਤੇ ਸੰਘਰਸ਼ 'ਚ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਕੀਤਾ ਨਮਨ। ਨਾਲ ਹੀ ਕਿਹਾ, ਕਿਸਾਨਾਂ ਨੇ ਸਰਕਾਰ ਨੂੰ ਝੁਕਾ ਦਿੱਤਾ, ਕਿਸਾਨ ਲੜ ਰਿਹਾ ਰੋਟੀ ਦੀ ਲੜਾਈ। ਨਵਜੋਤ ਸਿੱਧੂ ਨੇ ਡਰੱਗ ਮਾਮਲੇ ਤੇ ਦਿੱਤਾ ਬਿਆਨ। ਐਸਟੀਐਫ ਰਿਪੋਰਟ ਖੋਲਣ ਦੇ ਹਾਈ ਕੋਰਟ ਨੇ ਵੀ ਦਿੱਤਾ ਇਹ ਹੁਕਮ। ਹਾਈ ਕੋਰਟ ਦਾ ਕਹਿਣਾ, ਜਾਣਬੁੱਝ ਕੇ ਡਰੱਗ ਸਮਗਲਰਾਂ ਨੂੰ ਦਿੱਤਾ ਜਾ ਰਿਹਾ ਸੁਰੱਖਿਆ ਕਵਚ। ਡਰੱਗ ਮਾਫੀਆ ਨੂੰ ਲੈ ਕੇ ਸਿੱਧੂ ਨੇ ਘੇਰੀ ਆਪਣੀ ਹੀ ਸਰਕਾਰ। ਕਿਸਾਨੀ ਅੰਦੋਲਨ ਨੂੰ 1 ਸਾਲ ਪੂਰਾ ਹੋਣ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਦਿੱਤੀ ਸ਼ਰਧਾਂਜਲੀ। ਨਾਲ ਹੀ ਕਿਹਾ, ਕਿਸਾਨੀ ਮੋਰਚੇ ਨੂੰ ਦੱਸਿਆ ਇਤਿਹਾਸ ਸਿਰਜਣ ਵਾਲਾ ਅੰਦੋਲਨ। ਹਰਸਿਮਰਤ ਨੇ ਕਿਹਾ, ਇਸ ਅੰਦੋਲਨ ਨੇ ਦੁਨੀਆ ਭਰ 'ਚ ਸਿੱਖਾਂ ਦੀ ਇੱਕ ਵੱਖਰੀ ਪਹਿਚਾਣ ਬਣਾਈ। ਸਿੱਖਿਆ ਮੁੱਦੇ ਤੇ ਦਿੱਲੀ ਅਤੇ ਪੰਜਾਬ 'ਚ ਪਲਟਵਾਰ ਜਾਰੀ। ਪ੍ਰਗਟ ਸਿੰਘ ਨੇ ਮਨੀਸ਼ ਸਿਸੋਦੀਆ ਦੇ ਡਿਬੇਟ ਦੇ ਚੈਲੰਜ ਨੂੰ ਕੀਤਾ ਕਬੂਲ। ਟਵੀਟ ਕਰ ਸਿਸੋਦੀਆ ਅੱਗੇ ਰੱਖੀ ਸ਼ਰਤ। ਉਹਨਾਂ ਕਿਹਾ, ਅਸੀਂ ਇਸ ਮੁੱਦੇ ਤੇ ਬਹਿਸ ਕਰਾਂਗੇ ਕਿ 10 ਸਕੂਲਾਂ ਤੇ ਕਰੋੜਾਂ ਰੁਪਏ ਖਰਚ ਕਰਨੇ ਜਾਇਜ਼ ਨੇ ਜਾਂ ਫਿਰ ਸੂਬੇ ਦੇ ਸਕੂਲਾਂ ਨੂੰ ਲੋੜ ਅਨੁਸਾਰ ਗ੍ਰਾਂਟਾਂ ਦੇ ਕੇ ਲੱਖਾਂ ਵਿਦਿਆਰਥੀਆਂ ਨੂੰ ਸਹੂਲਤ ਕਰਨਾ ਪ੍ਰਦਾਨ। ਪੰਜਾਬ ਕਾਂਗਰਸ 'ਚ ਹੁਣ ਨਵਾਂ ਕਲੇਸ਼ ਹੋਇਆ ਸ਼ੁਰੂ। ਨਵਜੋਤ ਸਿੱਧੂ ਅਤੇ ਸੁਨੀਲ ਜਾਖੜ ਹੋਏ ਆਮੋ ਸਾਹਮਣੇ। ਪ੍ਰੈਸ ਕਾਨਫਰੰਸ ਦੌਰਾਨ ਸਿੱਧੂ ਨੇ ਕਿਹਾ ਸੀ, ਜਾਖੜ ਨੇ ਕਦੇ ਵੀ ਲੋਕਾਂ ਦੇ ਮੁੱਦੇ ਨਹੀਂ ਚੁੱਕੇ, ਜਿਸ ਤੋਂ ਬਾਅਦ ਸੁਨੀਲ ਜਾਖੜ ਨੇ ਟਵੀਟ ਕਰ ਕਿਹਾ, ਬਰਕਤ ਜੋ ਨਹੀਂ ਹੁੰਦੀ ਉਹ ਨੀਅਤ ਦੀ ਖਰਾਬੀ। ਆਮ ਆਦਮੀ ਪਾਰਟੀ ਪੰਜਾਬ ਦੇ ਕੋ ਇੰਚਾਰਜ ਰਾਘਵ ਚੱਡਾ ਵੱਲੋਂ ਟਵੀਟ ਕਰ ਚੰਨੀ ਸਰਕਾਰ ਤੇ ਸਾਧਿਆ ਗਿਆ ਨਿਸ਼ਾਨਾ ਕਿਹਾ ਹੈ ਕਿ ਮੁੱਖ ਮੰਤਰੀ ਚੰਨੀ ਸਾਹਿਬ ਇਹਨਾਂ ਅਧਿਆਪਕਾਂ ਦੀਆਂ ਮੰਗਾਂ ਮੰਨ ਲਓ, ਨਹੀਂ ਤਾਂ ਕੱਲ ਕੇਜਰੀਵਾਲ ਆ ਰਹੇ ਨੇ ਪੰਜਾਬ। 26 ਨਵੰਬਰ ਨੂੰ ਬਰਗਾੜੀ 'ਚ ਹੋਵੇਗਾ ਵੱਡਾ ਇਕੱਠ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੀਤਾ ਜਾਵੇਗਾ ਵੱਡਾ ਜਨ ਸਮੂਹ। ਸਿਮਰਜੀਤ ਸਿੰਘ ਮਾਨ ਨੇ ਕੋਟਕਪੂਰਾ 'ਚ ਕਿਹਾ, ਪੰਥ ਗ੍ਰੰਥ ਤੇ ਕਿਸਾਨ ਬਚਾਓ ਰੈਲੀ ਦੇ ਬੈਨਰ ਹੇਠ ਹੋਵੇਗੀ ਰੈਲੀ। ਕਿਸਾਨ ਅੰਦੋਲਨ ਦੇ 1 ਸਾਲ ਪੂਰਾ ਹੋਣ ਤੇ ਅਤੇ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਰੱਦ ਕਰਨ ਤੋਂ ਬਾਅਦ ਅੱਜ ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਇਹ ਮੰਨਤ ਪੂਰੀ ਹੋਣ ਤੇ ਜਲੰਧਰ ਤੋਂ ਅੰਮ੍ਰਿਤਸਰ ਤੱਕ ਪੈਦਲ ਹੋਏ ਰਵਾਨਾ। ਗੁਰੂ ਘਰ ਹੋਣ ਕੇ ਨਤਮਸਤਕ ਕਿਹਾ, ਚੰਗੀ ਸੋਚ ਰੱਖੋ ਤੇ ਪਰਮਾਤਮਾ ਵੀ ਰਸਤਾ ਦਿਖਾਉਂਦਾ। ਫਿਰੋਜ਼ਪੁਰ ਤੇ ਜੀਰਾ ਦੀ ਟਿੱਬੀ ਬਸਤੀ 'ਚ ਦੇਰ ਰਾਤ ਅਚਾਨਕ ਇੱਕ ਘਰ 'ਚ ਅੱਗ ਲੱਗਣ ਕਾਰਨ ਘਰ ਦਾ ਸਾਰਾ ਸਮਾਨ ਹੋਇਆ ਸੜ ਕੇ ਸੁਆਹ। 2 ਦਿਨ ਬਾਅਦ ਰੱਖਿਆ ਹੈ ਲੜਕੀ ਦਾ ਵਿਆਹ 'ਚ ਦੇਣ ਲਈ ਜੋੜਿਆ ਸਾਰਾ ਸਮਾਨ, ਕੱਪੜੇ, ਫਰਨੀਚਰ ਅੱਗ ਦੇ ਹਵਾਲੇ। ਗਰੀਬ ਪਰਿਵਾਰ ਨੇ ਕੀਤੀ ਸਰਕਾਰ ਤੋਂ ਮਦਦ ਦੀ ਅਪੀਲ। ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਆਪਣੇ 2 ਦਿਨਾਂ ਦੀ ਯਾਤਰਾ ਤੇ ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇ। ਸਭ ਤੋਂ ਪਹਿਲਾਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ। ਇਸ ਤੋਂ ਬਾਅਦ ਵਿਰਾਸਤ-ਏ-ਖਾਲਸਾ ਅਜਾਇਬ ਘਰ ਦਾ ਵੀ ਕੀਤਾ ਦੌਰਾ। ਪੰਜਾਬ ਸਰਕਾਰ ਨੇ ਐਡਵੋਕੇਟ ਹਰਪ੍ਰੀਤ ਸੰਧੂ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ। ਇਨਫੋਟੈਕ ਦੇ ਚੇਅਰਮੈਨ ਕੀਤਾ ਗਿਆ ਨਿਯੁਕਤ। ਕੈਬਨਿਟ ਮੰਤਰੀ ਗੁਰਕੀਰਤ ਕੋਟਲੀ ਨੇ ਹਰਪ੍ਰੀਤ ਸੰਧੂ ਨੂੰ ਦਿੱਤੀ ਵਧਾਈ। ਫਰੀਦਕੋਟ ਦੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ 'ਚ ਲੁਧਿਆਣਾ 'ਚ ਸਿੱਟ ਵੱਲੋਂ ਸਮਨ ਹੋਣ ਮਗਰੋਂ ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਤੇ ਪੀਆਰ ਨੈਣ ਨਹੀਂ ਹੋਏ ਪੇਸ਼। ਆਈਪੀਐਸ ਪਰਮਾਰ ਨੇ ਕਿਹਾ, ਅਗਲੇ ਸ਼ੁੱਕਰਵਾਰ ਨੂੰ ਹੋਵੇਗੀ ਅਗਲੀ ਪੇਸ਼ੀ, ਜਲਦੀ ਜਾਂਚ ਹੋਵੇਗੀ ਪੂਰੀ। ਗੁਰਦਾਸਪੁਰ ਦੇ ਦੀਨਾਨਗਰ ਵਿਖੇ ਪਿੰਡ ਤਮਰਾਈ ਅੱਪਰਬਾਰੀ ਦੁਆਬ ਨਹਿਰ ਤੇ ਖੜੇ ਸਕੂਲੀ ਬੱਚਿਆਂ ਨਾਲ ਭਰੇ ਆਟੋ ਨੂੰ ਬੇਕਾਬੂ ਬੱਸ ਨੇ ਮਾਰੀ ਟੱਕਰ, ਜਿਸ ਤੋਂ ਬਾਅਦ ਸਵਾਰੀਆਂ ਨਾਲ ਭਰਿਆ ਆਟੋ ਨਹਿਰ 'ਚ ਡਿੱਗਿਆ। ਹਾਲਾਂਕਿ ਸਥਾਨਕ ਲੋਕਾਂ ਦੀ ਸੂਝ-ਬੂਝ ਨਾਲ ਸਵਾਰੀਆਂ ਨੂੰ ਬਾਹਰ ਕੱਢ ਕੇ ਬਚਾਈ ਗਈ ਜਾਨ। ਭਾਰਤ ਦੇ ਮੌਸਮ ਵਿਗਿਆਨ ਵਿਭਾਗ ਦੇ ਅੰਕੜਿਆਂ ਅਨੁਸਾਰ ਕੇਰਲ ਵਿੱਚ ਇਸ ਸਾਲ 24 ਨਵੰਬਰ ਤੱਕ 3523.3 ਮਿਲੀਮੀਟਰ ਬਾਰਿਸ਼ ਹੋਈ, ਜੋ ਕਿ ਉੱਤਰ ਪੱਛਮੀ ਮਾਨਸੂਨ ਤੋਂ 110% ਜ਼ਿਆਦਾ ਬਾਰਿਸ਼ ਦੇ ਨਾਲ ਸੂਬੇ ਵਿੱਚ 6 ਦਹਾਕਿਆਂ ਵਿੱਚ ਸਭ ਤੋਂ ਵੱਧ ਬਾਰਿਸ਼। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ 26/11 ਦੇ ਮੁੰਬਈ ਅੱਤਵਾਦੀ ਹਮਲਿਆਂ ਦੀ 13ਵੀਂ ਬਰਸੀ ਤੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ। ਟਵੀਟ ਕਰ ਲਿਖਿਆ, ਮੈਂ ਸਾਰੇ ਸੁਰੱਖਿਆ ਕਰਮਚਾਰੀਆਂ ਦੇ ਸਾਹਸ ਨੂੰ ਸਲਾਮ ਕਰਦਾ, ਜਿਨ੍ਹਾਂ ਨੇ ਕਾਇਰਾਨਾ ਹਮਲਿਆਂ ਵਿੱਚ ਬਹਾਦਰੀ ਨਾਲ ਅੱਤਵਾਦੀਆਂ ਦਾ ਸਾਹਮਣਾ ਕੀਤਾ। ਪੂਰੀ ਕੌਮ ਨੂੰ ਤੁਹਾਡੀ ਬਹਾਦਰੀ ਤੇ ਰਹੇਗਾ ਮਾਣ।
ਝਾਰਖੰਡ ਪੁਲਿਸ ਦੇ ਅੱਤਵਾਦ ਵਿਰੋਧੀ ਦਸਤੇ ਨੇ ਕਿਹਾ ਕਿ ਝਾਰਖੰਡ ਦਾ ਇੱਕ ਸੇਵਾ ਕਰ ਰਿਹਾ BSF ਹੈਂਡ ਕਾਂਸਟੇਬਲ ਭਾਰਤ ਭਰ ਵਿੱਚ ਮਾਓਵਾਦੀ ਅਤੇ ਸੰਗਠਿਤ ਦਹਿਸ਼ਤੀ ਗਰੋਹਾਂ ਨੂੰ ਕਥਿਤ ਤੌਰ ਤੇ ਹਥਿਆਰ ਅਤੇ ਗੋਲਾ ਬਾਰੂਦ ਸਪਲਾਈ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ 5 ਵਿਅਕਤੀਆਂ ਵਿੱਚ ਸ਼ਾਮਿਲ। ਮਿਆਂਮਾਰ ਅਤੇ ਭਾਰਤ ਦੀ ਸਰਹੱਦ ਤੇ ਸ਼ੁੱਕਰਵਾਰ ਸਵੇਰੇ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ। ਭੂਚਾਲ ਦੇ ਝਟਕੇ ਪੱਛਮੀ ਦੱਸਿਆ ਜਾ ਰਿਹਾ ਹੈ ਕਿ ਇੱਥੇ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 6.1 ਸੀ। ਹਾਲਾਂਕਿ ਕਿਧਰੇ ਵੀ ਜਾਨ ਮਾਲ ਦਾ ਨਹੀਂ ਹੋਇਆ ਨੁਕਸਾਨ। ਕਿਸਾਨਾਂ ਦੇ ਅੰਦੋਲਨ ਦੀ ਪਹਿਲੀ ਵਰ੍ਹੇਗੰਢ ਨੂੰ ਕਿਸਾਨਾਂ ਮਜ਼ਦੂਰਾਂ ਨੇ ਇਸ ਦਿਨ ਨੂੰ ਦਿੱਲੀ ਦੀਆਂ ਸਰਹੱਦਾਂ ਤੇ ਮਨਾਉਣ ਦਾ ਕੀਤਾ ਫੈਸਲਾ। ਦਿੱਲੀ ਪੁਲਿਸ ਵੱਲੋਂ ਰਾਸ਼ਟਰੀ ਰਾਜਧਾਨੀ ਦੇ ਵੱਖ-ਵੱਖ ਸਰਹੱਦੀ ਪੁਆਇੰਟਾਂ ਤੇ ਵਧਾਏ ਗਏ ਸੁਰੱਖਿਆ ਪ੍ਰਬੰਧ। ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਦੇ ਅੰਦੋਲਨ ਦਾ ਕਾਰਨ ਬਣੇ ਤਿੰਨੋਂ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਤਿਆਰੀ ਕੀਤੀ ਸ਼ੁਰੂ। 29 ਨਵੰਬਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਹੀ ਮੋਦੀ ਸਰਕਾਰ ਕਰੇਗੀ ਕਾਨੂੰਨ ਰੱਦ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਵੀਰਵਾਰ ਨੂੰ ਹੈਦਰਾਬਾਦ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦੇ ਇੱਕ ਵਾਰ ਫਿਰ ਮੋਦੀ ਸਰਕਾਰ ਨੂੰ ਘੇਰਿਆ। ਖੇਤੀ ਕਾਨੂੰਨਾਂ ਤੇ ਚਰਚਾ ਕਰਦੇ ਹੋਏ ਆਗੂ ਨੇ ਕਿਹਾ ਕੇਂਦਰ ਸਰਕਾਰ ਨੂੰ MSP ਤੇ ਗਰੰਟੀ ਦੇਣ ਲਈ ਕਾਨੂੰਨ ਬਣਾਉਣਾ ਹੋਵੇਗਾ, ਵਰਨਾ ਸੰਘਰਸ਼ ਖਤਮ ਨਹੀਂ ਹੋਵੇਗਾ। ਮੁੰਬਈ 'ਚ 26/11 ਦੇ ਅੱਤਵਾਦੀ ਹਮਲੇ ਦੀ 13ਵੀਂ ਬਰਸੀ ਅਤੇ ਸੰਵਿਧਾਨ ਦਿਵਸ 'ਚ ਮੌਕੇ ਤੇ ਸੰਸਦ 'ਚ ਵਿਸ਼ੇਸ਼ ਪ੍ਰੋਗਰਾਮ ਦਾ ਕੀਤਾ ਗਿਆ ਆਯੋਜਨ। ਇਸ ਵਿੱਚ ਦੇਸ਼ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਡਾਕਟਰ BR ਅੰਬੇਦਕਰ ਅਤੇ ਰਾਜਿੰਦਰ ਪ੍ਰਸਾਦ ਨੂੰ ਨਮਨ ਕਰਦੇ ਨੇ। PM ਮੋਦੀ ਨੇ ਮੁੰਬਈ ਵਿੱਚ 26/11 ਦੇ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਵੀ ਦਿੱਤੀ ਸ਼ਰਧਾਂਜਲੀ। PM ਮੋਦੀ ਨੇ ਬਿਨਾਂ ਨਾਮ ਲਏ ਕਾਂਗਰਸ ਤੇ ਬੋਲਿਆ ਹਮਲਾ, ਪਰਿਵਾਰਕ ਪਾਰਟੀਆਂ ਨੂੰ ਦੱਸਿਆ ਦੇਸ਼ ਲਈ ਚਿੰਤਾ ਦਾ ਵਿਸ਼ਾ। AQI ਪੱਧਰ ਬਹੁਤ ਖਰਾਬ ਹੋਣ ਤੋਂ ਗੰਭੀਰ ਸ਼੍ਰੇਣੀ ਵਿੱਚ ਪਹੁੰਚਣ ਨਾਲ ਦਿੱਲੀ NCR ਦਾ ਮਾਹੌਲ ਇੱਕ ਵਾਰ ਫਿਰ ਜ਼ਹਿਰੀਲਾ। ਦਿੱਲੀ NCR ਵਿੱਚ ਹਵਾ ਦੀ ਗੁਣਵੱਤਾ ਪੱਧਰ 400 ਤੱਕ ਪਹੁੰਚ ਗਿਆ ਹੈ ਕਿ ਆਮ ਤੌਰ ਤੇ ਇਹ 250 ਦੇ ਕਰੀਬ ਹੋਣੀ ਚਾਹੀਦੀ ਹੈ। ਅਫਰੀਕੀ ਦੇਸ਼ਾਂ 'ਚ ਪਾਏ ਜਾ ਰਹੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਨੇ ਫਿਰ ਵਧਾਈ ਚਿੰਤਾ, ਜਿਸ ਦੇ ਚੱਲਦੇ UK ਨੇ ਵੀਰਵਾਰ ਨੂੰ 6 ਦੇਸ਼ਾਂ ਦੀਆਂ ਉਡਾਣਾਂ ਨੂੰ ਅਸਥਾਈ ਤੌਰ ਤੇ ਮੁਅੱਤਲ ਕਰਨ ਦਾ ਕੀਤਾ ਐਲਾਨ। ਜਹਾਜ਼ ਨੂੰ ਰੱਦ ਕਰਨ ਦਾ ਫੈਸਲਾ UK ਹੈਲਥ ਪ੍ਰੋਡਕਸ਼ਨ ਏਜੰਸੀ ਦੁਆਰਾ ਵੈਰੀਐਂਟ B11529 ਘੋਸ਼ਿਤ ਕੀਤੇ ਜਾਣ ਤੋਂ ਬਾਅਦ ਲਿਆ ਗਿਆ। WHO ਨੇ ਦੱਖਣੀ ਅਫਰੀਕਾ ਤੇ ਬੋਤਸਵਾਨਾ ਵਿੱਚ ਤੇਜ਼ੀ ਦੇ ਨਾਲ ਫੈਲ ਰਹੇ ਕੋਵਿਡ ਤਣਾਅ ਬਾਰੇ ਚਰਚਾ ਕਰਨ ਦੇ ਲਈ ਅੱਜ ਬੁਲਾਈ ਐਮਰਜੈਂਸੀ ਮੀਟਿੰਗ। ਇਸ ਤੋਂ ਪਹਿਲਾਂ UK ਦੇ ਵਿਗਿਆਨੀਆਂ ਨੇ ਬੋਤਸਵਾਨਾ ਵਿੱਚ ਕੋਰੋਨਾ ਵਾਇਰਸ ਤਣਾਅ ਦੀ ਮੌਜੂਦਗੀ ਦੀ ਦਿੱਤੀ ਸੀ ਚੇਤਾਵਨੀ। ਸਵੀਡਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਮੈਗਡਲੇਨਾ ਐਂਡਰਸ ਨੂੰ ਅਹੁਦਾ ਸੰਭਾਲਣ ਤੋਂ ਕੁਝ ਘੰਟਿਆਂ ਬਾਅਦ ਹੀ ਦੇਣਾ ਪਿਆ ਅਸਤੀਫਾ। ਪਾਰਲੀਮੈਂਟ ਵਿੱਚ ਇੱਕ ਬਜਟ ਪ੍ਰਸਤਾਵ ਉੱਤੇ ਐਂਡਰਸ ਦੀ ਸਰਕਾਰ ਹਾਰ ਗਈ ਸੀ ਅਤੇ ਦੋ ਪਾਰਟੀਆਂ ਦੀ ਉਸਦੀ ਘੱਟ ਗਿਣਤੀ ਸਰਕਾਰ ਇੱਕ ਪਾਰਟੀ ਤੋਂ ਵੱਖ ਹੋ ਗਈ ਸੀ, ਜਿਸ ਲਈ ਉਹਨਾਂ ਨੂੰ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ 'ਚ ਸਕੂਲ ਨੇੜੇ ਹੋਇਆ ਜ਼ਬਰਦਸਤ ਧਮਾਕਾ, ਜਿਸ ਵਿੱਚ ਵਿਦਿਆਰਥੀਆਂ ਸਣੇ ਘੱਟੋ-ਘੱਟ 8 ਲੋਕਾਂ ਦੀ ਹੋਈ ਮੌਤ। ਉੱਥੇ ਅੱਤਵਾਦੀ ਸੰਗਠਨ ਅਲਬ ਸ਼ਬਾਬ ਨੇ ਇਸ ਹਮਲੇ ਦੀ ਲਈ ਜ਼ਿੰਮੇਵਾਰੀ। ਪੁਲਿਸ ਮੁਤਾਬਿਕ ਇਸ ਬੰਬ ਧਮਾਕੇ ਤੇ 17 ਲੋਕ ਹੋਰ ਜ਼ਖਮੀ ਹੋ ਗਏ ਨੇ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਬੰਗਲਾਦੇਸ਼ ਭਾਰਤ ਤੇ ਮਿਆਂਮਾਰ ਸਰਹੱਦੀ ਖੇਤਰ ਦੇ ਵਿੱਚ ਅੱਜ ਸਵੇਰੇ ਤੜਕੇ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ। ਰੈਕਟਰ ਸਕੇਲ ਤੇ ਭੂਚਾਲ ਦੀ ਤੀਬਰਤਾ 6.3 ਮਾਪੀ ਗਈ। ਯੂਰਪੀਅਨ ਮੈਡੀਟੇਰੀਅਨ ਭੂਚਾਲ ਕੇਂਦਰ ਵੱਲੋਂ ਕੀਤੀ ਗਈ ਇਸ ਦੀ ਪੁਸ਼ਟੀ। ਸਾਊਦੀ ਅਰਬ ਜਾਣ ਵਾਲੇ ਲੋਕਾਂ ਲਈ ਵੱਡੀ ਖੁਸ਼ਖਬਰੀ। ਦਰਅਸਲ ਕੋਰੋਨਾ ਕਾਰਨ ਲੰਬੇ ਸਮੇਂ ਤੋਂ ਸੰਯੁਕਤ ਅਰਬ ਅਮੀਰਾਤ ਸਮੇਤ ਕਈ ਖਾੜੀ ਅਤੇ ਹੋਰ ਦੇਸ਼ਾਂ ਵਿੱਚ ਕਾਰ ਯਾਤਰਾ ਕਰਨ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਦੇ ਵਿਚਾਲੇ ਹੀ ਹੁਣ ਸਾਊਦੀ ਅਰਬ ਨੇ ਹੁਣ ਐਲਾਨ ਕੀਤਾ ਹੈ ਕਿ ਉਹ ਭਾਰਤ ਅਤੇ ਪਾਕਿਸਤਾਨ ਸਣੇ 6 ਦੇਸ਼ਾਂ ਦੇ ਪ੍ਰਵਾਸੀਆਂ ਤੇ ਯਾਤਰਾ ਪਾਬੰਦੀ ਹਟਾਵੇਗਾ। ਸੰਯੁਕਤ ਰਾਸ਼ਟਰ ਮਹਾਸਭਾ ਨੇ ਬੰਗਲਾਦੇਸ਼, ਨੇਪਾਲ ਅਤੇ ਲਾਓਸ ਨੂੰ ਘੱਟ ਵਿਕਸਿਤ ਦੇਸ਼ਾਂ ਦੀ ਸ਼੍ਰੇਣੀ ਵਿੱਚੋਂ ਵਿਕਾਸਸ਼ੀਲ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਲਈ ਇਤਿਹਾਸਕ ਮਤਾ ਕੀਤਾ ਪਾਸ। ਸੰਯੁਕਤ ਰਾਸ਼ਟਰ ਮਹਾਸਭਾ ਨੇ ਆਪਣੇ 76ਵੇਂ ਸੈਸ਼ਨ ਵਿੱਚ ਇਸ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ। ਸੰਯੁਕਤ ਰਾਸ਼ਟਰ ਨੇ ਇਹਨਾਂ ਦੇਸ਼ਾਂ ਨੂੰ ਵੱਖ-ਵੱਖ ਮੋਰਚਿਆਂ ਤੇ ਤਿਆਰੀ ਲਈ 5 ਸਾਲ ਤੱਕ ਦਾ ਦਿੱਤਾ ਸਮਾਂ। ਪਾਕਿਸਤਾਨ ਨੇ ਬੈਲਿਸਟਿਕ ਮਿਜ਼ਾਈਲ ਸ਼ਾਹੀਨ-1 ਦਾ ਕੀਤਾ ਸਫਲ ਪ੍ਰੀਖਣ। ਫੌਜ ਨੇ ਇੱਕ ਬਿਆਨ ਵਿੱਚ ਕਿਹਾ ਕਿ ਟੈਸਟ ਉਡਾਣ ਦਾ ਉਦੇਸ਼ ਹਥਿਆਰ ਪ੍ਰਣਾਲੀ ਦੇ ਕੁਝ ਡਿਜ਼ਾਈਨ ਅਤੇ ਤਕਨੀਕੀ ਮਾਪਦੰਡਾਂ ਦੀ ਮੁੜ ਪੁਸ਼ਟੀ ਕਰਨਾ ਸੀ। ਹਾਲਾਂਕਿ ਫੌਜ ਨੇ ਮਿਸਾਈਲ ਬਾਰੇ ਕੋਈ ਤਕਨੀਕੀ ਜਾਣਕਾਰੀ ਸਾਂਝੀ ਨਹੀਂ ਕੀਤੀ। ਕੋਰੋਨਾ ਮਹਾਮਾਰੀ ਇੱਕ ਵਾਰ ਫਿਰ ਅਮਰੀਕਾ 'ਚ ਬਣਾ ਰਹੀ ਬੱਚਿਆਂ ਨੂੰ ਨਿਸ਼ਾਨਾ। ਕੋਰੋਨਾ ਵਾਇਰਸ ਦਾ ਇਹ ਰੂਪ ਦੁਨੀਆ ਭਰ ਲਈ ਖਤਰੇ ਦੀ ਘੰਟੀ ਹੋ ਸਕਦਾ ਹੈ। ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਦੀ ਰਿਪੋਰਟ ਮੁਤਾਬਿਕ ਪਿਛਲੇ ਹਫ਼ਤੇ 1,41,905 ਬੱਚਿਆਂ ਦੇ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ। ਉੱਥੇ ਯੂਰਪ ਵਿੱਚ ਪਿਛਲੇ ਹਫ਼ਤੇ ਕੋਰੋਨਾ ਸੰਕਰਮਣ ਦੇ ਮਾਮਲਿਆਂ ਵਿੱਚ 11% ਵਾਧਾ ਹੋਇਆ। WHO ਦਾ ਕਹਿਣਾ ਯੂਰਪ ਦੁਨੀਆ ਦਾ ਇਕਲੌਤਾ ਖੇਤਰ ਜਿੱਥੇ ਅਕਤੂਬਰ ਦੇ ਅੱਧ ਤੋਂ COVID-19 ਦੇ ਮਾਮਲੇ ਲਗਾਤਾਰ ਵਧ ਰਹੇ ਨੇ। ਪੰਜਾਬੀ ਇੰਡਸਟਰੀ ਨਾਲ ਜੁੜੀ ਹੋਈ ਦੁਖਾਂਤ ਖਬਰ ਆਈ ਸਾਹਮਣੇ। ਪੰਜਾਬੀ ਅਦਾਕਾਰ ਕਾਕਾ ਕੋਤਕੀ ਦਾ ਦੇਹਾਂਤ ਹੋ ਗਿਆ। ਉਹਨਾਂ ਦੀ ਮੌਤ ਦੇ ਨਾਲ ਪੰਜਾਬੀ ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਕਈ ਪੰਜਾਬੀ ਸਿਤਾਰਿਆਂ ਨੇ ਸੋਸ਼ਲ ਮੀਡੀਆ ਤੇ ਕਾਕਾ ਕੋਤਕੀ ਦੀ ਤਸਵੀਰ ਸਾਂਝੀ ਕਰ ਆਪਣੇ ਦੁੱਖ ਦਾ ਕੀਤਾ ਪ੍ਰਗਟਾਵਾ।
ਟੀਵੀ ਦੇ ਸਭ ਤੋਂ ਵੱਧ ਕੰਟਰੋਵਰਸੀ ਸ਼ੋਅ ਬਿਗ ਬੌਸ 15 ਚ ਅੱਜ ਰਾਖੀ ਸਾਵੰਤ ਦੇ ਪਤੀ ਰਿਤੇਸ਼ ਦੀ ਹੋਵੇਗੀ ਸ਼ੋਅ 'ਚ ਐਜ਼ ਅ ਵਾਈਲਡ ਕਾਰਡ ਐਂਟਰੀ। ਰਾਖੀ ਸਾਵੰਤ ਖੁਦ ਰਿਤੇਸ਼ ਦੀ ਬਿਗ ਬੌਸ ਘਰ ਅੰਦਰ ਕਰੇਗੀ ਸਵਾਗਤ। ਚੈਨਲ ਨੇ ਪ੍ਰੋਮੋ ਕੀਤਾ ਰਿਲੀਜ਼। ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਨੂੰ ਕਥਿਤ ਤੌਰ ਤੇ ਅਸ਼ਲੀਲ ਫਿਲਮਾਂ ਬਣਾਉਣ ਅਤੇ ਦਿਖਾਉਣ ਦੇ ਮਾਮਲੇ 'ਚ ਇੱਕ ਹੋਰ ਲੱਗਾ ਵੱਡਾ ਝਟਕਾ। ਬੰਬੇ ਹਾਈ ਕੋਰਟ ਨੇ ਅਸ਼ਲੀਲ ਫਿਲਮਾਂ ਰੈਕਟ ਮਾਮਲੇ 'ਚ ਰਾਜ ਦੀ ਅਗਾਊਂ ਜ਼ਮਾਨਤ ਪਟੀਸ਼ਨ ਕੀਤੀ ਖਾਰਜ। ਪੰਜਾਬੀ ਸਿੰਗਰ ਅਤੇ ਐਕਟਰ ਅੰਮ੍ਰਿਤ ਮਾਨ ਦੀ ਆਉਣ ਵਾਲੀ ਫਿਲਮ ਬੱਬਰ 11 ਮਾਰਚ 2022 ਨੂੰ ਸਾਰੇ ਸਿਨੇਮਾ ਘਰਾਂ 'ਚ ਹੋਵੇਗੀ ਰਿਲੀਜ਼। ਅੰਮ੍ਰਿਤ ਮਾਨ ਨੇ ਖੁਦ ਇਸ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਤੇ ਦਿੱਤੀ। ਕਾਫੀ ਸਮੇਂ ਤੋਂ ਪ੍ਰਸ਼ੰਸਕਾਂ ਵੱਲੋਂ ਫਿਲਮ ਦੀ ਕੀਤੀ ਜਾ ਰਹੀ ਸੀ ਉਡੀਕ। ਮੋਦੀ ਵੱਲੋਂ ਭਾਵੇਂ ਹੀ ਖੇਤੀਬਾੜੀ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ ਗਿਆ, ਪਰ ਕਿਸਾਨਾਂ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਤੱਕ ਇਹਨਾਂ ਕਾਨੂੰਨਾਂ ਨੂੰ ਕਾਨੂੰਨੀ ਰੂਪ 'ਚ ਰੱਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਆਪਣਾ ਅੰਦੋਲਨ ਜਾਰੀ ਰੱਖਣਗੇ। ਇਸੇ ਲੜੀ ਤਹਿਤ ਪੰਜਾਬੀ ਸਿੰਗਰ ਅਤੇ ਐਕਟਰ ਹਰਭਜਨ ਮਾਨ ਆਪਣੇ ਪੁੱਤਰ ਦੇ ਨਾਲ ਕਿਸਾਨੀ ਅੰਦੋਲਨ 'ਚ ਹਿੱਸਾ ਪਾਉਣ ਲਈ ਪਹੁੰਚੇ ਦਿੱਲੀ। शेयर बाजार च आया भूचाल। सेंसेक्स 1400 अंक, निफ्टी 430 अंक डिग्या। शुक्रवार सेवा तो ही कारोबार दी होई कमजोर शुरुआत, जिस दे बाद बाजार विच लगातार गिरावट जारी। पेटीएम ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਨੇ ਕ੍ਰਿਪਟੋ ਕਰੰਸੀ ਨੂੰ ਲੈ ਕੇ ਬਹਿਸ ਵਿੱਚ ਹੋਏ ਸ਼ਾਮਿਲ। ਉਹਨਾਂ ਨਾ ਸਿਰਫ ਕ੍ਰਿਪਟੋ ਕਰੰਸੀ ਦਾ ਕੀਤਾ ਸਮਰਥਨ, ਬਲਕਿ ਇਹ ਵੀ ਦਾਅਵਾ ਕੀਤਾ ਕਿ ਜਲਦੀ ਹੀ ਹਰ ਕਿਸੇ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਵੇਗੀ ਇਹ ਟੈਕਨੋਲੋਜੀ। ਸਟਾਕ ਮਾਰਕੀਟ ਵਿੱਚ ਗਿਰਾਵਟ ਦੇ ਵਿਚਾਲੇ ਟਾਰਸਨ ਉਤਪਾਦ ਦਾ ਸਟਾਕ 5.74% ਦੇ ਪ੍ਰੀਮੀਅਮ ਨਾਲ ਹੋਇਆ ਸੂਚੀਬੰਦ। ਕੰਪਨੀ ਨੇ IPO ਦੇ ਸਮੇਂ ਸ਼ੇਅਰ ਦੀ ਕੀਮਤ 662 ਰੁਪਏ ਤੈਅ ਕੀਤੀ ਸੀ ਅਤੇ ਸ਼ੁੱਕਰਵਾਰ ਦੇ ਲਿਸਟਿੰਗ ਦੇ ਸਮੇਂ ਇਹ 700 ਰੁਪਏ ਤੇ ਖੁੱਲਿਆ। ਭਾਰਤ ਨੇ ਅੱਜ ਨਿਊਜ਼ੀਲੈਂਡ ਖਿਲਾਫ ਪਹਿਲੇ ਕ੍ਰਿਕਟ ਟੈਸਟ ਦੀ ਪਹਿਲੀ ਪਾਰੀ ਵਿੱਚ 345 ਦੌੜਾਂ ਬਣਾਈਆਂ। ਭਾਰਤੀ ਟੀਮ ਦੂਜੇ ਸੈਸ਼ਨ ਵਿੱਚ ਸਿਰਫ 6 ਦੌੜਾਂ ਹੀ ਜੋੜ ਸਕੀ, ਜਦੋਂ ਕਿ ਦੁਪਹਿਰ ਦੇ ਖਾਣੇ ਤੱਕ ਸਕੋਰ 8 ਵਿਕਟਾਂ ਤੇ 339 ਰਿਹਾ। ਬੱਲੇਬਾਜ਼ ਸ਼ੇਰ ਅਯਰ ਨੇ ਕਾਨਪੁਰ ਟੈਸਟ ਵਿੱਚ ਨਿਊਜ਼ੀਲੈਂਡ ਦੇ ਖਿਲਾਫ ਪਹਿਲੀ ਪਾਰੀ ਵਿੱਚ 157 ਗੇਂਦਾਂ ਵਿੱਚ ਸੈਂਕੜਾ ਜੜਿਆ। 26 ਸਾਲਾ ਖਿਡਾਰੀ ਟੈਸਟ ਡੈਬਿਊ ਤੇ ਸੈਂਕੜਾ ਲਗਾਉਣ ਵਾਲਾ 16ਵਾਂ ਭਾਰਤੀ ਕ੍ਰਿਕਟਰ ਬਣਿਆ। ਮੇਰੇ ਬਾਪੂ ਤੇ ਮੇਰੀ ਮਾਂ ਨੇ ਸਾਰੀ ਉਮਰ ਆਪਣੇ ਆਪ ਨੂੰ ਭੁੱਲ ਕੇ ਮੈਨੂੰ ਮੇਰੀ ਜ਼ਿੰਦਗੀ ਵਿੱਚ ਪੌੜੀ ਚੜ੍ਹਨਾ ਸਿਖਾਇਆ। ਮੇਰੀ ਹਰ ਮੁਸ਼ਕਲ ਨੂੰ ਹਰ ਕੀਮਤ ਤੇ ਹੱਲ ਕੀਤਾ ਉਹਨਾਂ ਨੇ। ਮੈਂ ਉਹਨਾਂ ਦਾ ਦੇਣਾ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ, ਜਿਵੇਂ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਭੁੱਲ ਸਕਦਾ। ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਉਹਨਾਂ ਦੀ ਤੇ ਸਾਰੇ ਪੰਜਾਬੀਆਂ ਦੀ ਮਾਂ ਪਾਰਟੀ ਰਹੀ ਹੈ। ਕਦੇ ਉਹ ਬੁਰੇ ਲੱਗਦੇ ਨੇ ਤੇ ਕਦੇ ਚੰਗੇ, ਪਰ ਮਾਂ-ਬਾਪ ਕਦੀ ਬਦਲੇ ਨਹੀਂ ਜਾਂਦੇ।